मेथो सिंह रहियो हाठू सिंह जित नाम सूरा पूरा हठी जपी काना काशिक राम। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ ਵਡਭਾਗੇ ਹੋ। ਰੱਬ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਗੁਰੂ ਸਵਾਰਿਆਂ ਪਾਸੋਂ ਅੰਮ੍ਰਿਤ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਲੜੀ ਨੂੰ ਜੋੜੀਏ ਪਿਛਲੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰ ਰਹੇ ਸੋ। ਜਿਹੜੇ ਤੁਰਕ ਸਨ ਅਹਿਮਦ ਸ਼ਾਹ ਅਬਦਾਲੀ, ਉਹਨੇ ਮਰਹਟਿਆਂ ਅਤੇ ਸਿੰਘਾਂ ਨੂੰ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦਾ ਜਿਹੜਾ ਹੈ ਮਨਸੂਬਾ ਬਣਾਇਆ, ਜਿਸ ਦੇ ਤਹਿਤ ਉਹਨੇ ਮਰਹਟਿਆਂ ਨੂੰ ਤਾਂ ਜਿਹੜਾ ਹੈ ਉਹ ਪੰਜਾਬੋਂ ਵੀ ਬਾਹਰ ਕੱਢ ਦਿੱਤਾ। ਇੱਥੋਂ ਤੱਕ ਦਿੱਲੀ ਤੱਕ ਆਪਣੀ ਪਹੁੰਚ ਕੀਤੀ। ਜਦੋਂ ਮਥੁਰਾ ਦੀ ਧਰਤੀ ਤੇ ਜਾ ਕੇ ਠਹਿਰੇ ਨੇ ਭਰਤਪੁਰ ਦੇ ਲਾਗੇ, ਉੱਥੇ ਵੀ ਬੜਾ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਜਿਹੜਾ ਹੈ ਸਨਾਤਨੀ ਮਤ ਦੇ ਮੰਦਰ ਤੋੜ ਦਿੱਤੇ, ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ, ਬੇਅੰਤ ਉੱਥੇ ਜਿਹੜਾ ਹੈ ਉਹ ਘਾਣ ਕੀਤਾ ਹੈ। ਉਪਰੰਤ ਜਦੋਂ 5 ਸੂਬੇ ਆਪਣੇ ਅਧੀਨ ਕਰ ਲਏ, ਕਸ਼ਮੀਰ, ਅਟਕ, ਖਰਾਬ, ਇਸ ਤਰ੍ਹਾਂ ਫਿਰ ਇਹ ਸੋਚਦਾ ਹੈ ਹੁਣ ਸਿੱਖਾਂ ਨੂੰ ਵੀ ਜਿਹੜਾ ਹੈ ਉਹ ਪੰਜਾਬੋਂ ਬਾਹਰ ਕੱਢਣਾ ਚਾਹੀਦਾ ਹੈ। ਤੇ ਇਸੇ ਨੀਤੀ ਤਹਿਤ ਜਦੋਂ ਇਹ ਹਮਲਾ ਕਰਦਾ ਹੈ, ਇਹਦੀਆਂ ਫੌਜਾਂ ਤਕਰੀਬਨ ਇਤਿਹਾਸ ਨੇ ਗਵਾਹੀ ਭਰੀ 3 ਲੱਖ ਤੱਕ ਫੌਜਾਂ ਸਨ ਇਹਦੇ ਕੋਲ। ਸਿੰਘ ਥੋੜ੍ਹੇ ਸਨ, ਪਰ ਸਿੰਘਾਂ ਦੀ ਤੀਖਣ ਬੁੱਧੀ ਜਿਹੜੀ ਹੈ, ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਹੋਰ ਬੇਅੰਤ ਜਥੇਦਾਰ ਜਿਨ੍ਹਾਂ ਨੇ ਆਪਣੀ ਵਾਹਿਗੁਰੂ ਦੀ ਬਖਸ਼ੀ ਹੋਈ ਚੰਗੀ ਸੁਮਤ ਦੇ ਸਦਕੇ ਅਬਦਾਲੀ ਦੇ ਪੈਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਜਿਹੜੇ ਹਨ ਉਹ ਲੱਗਣ ਨਾ ਦਿੱਤੇ। ਉਹਨਾਂ ਹੀ ਸਮਿਆਂ ਦੇ ਦੌਰਾਨ ਜੋ ਅੱਜ ਦਾ ਪਾਵਨ ਪਵਿੱਤਰ ਬਹੁਤ ਸੁੰਦਰ ਪ੍ਰਸੰਗ ਆਰੰਭ ਹੋਣ ਲੱਗਾ ਹੈ, ਇਹ 18ਵੀਂ ਸਦੀ ਦਾ ਇਤਿਹਾਸ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਜੋ ਹੈ ਆਪ ਜੀ ਸਰਵਣ ਕਰ ਰਹੇ ਹੋ। 18ਵੀਂ ਸਦੀ ਦੇ ਅੰਦਰ ਜਿਨ੍ਹਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲੁਹਾਈਆਂ ਆਦਿ, ਉਹਨਾਂ ਦਾ ਲਾਸ਼ਾਨੀ ਇਤਿਹਾਸ ਹੈ ਇਹ ਸਿੱਖ ਧਰਮ ਦੇ ਅੰਦਰ ਜੋ ਆਪ ਜੀ ਸਰਵਣ ਕਰਦੇ ਆ ਰਹੇ ਹੋ। ਉਹਨਾਂ ਹੀ ਸਮਿਆਂ ਦੇ ਦੌਰਾਨ 1758 ਦਾ ਵਾਕਿਆ ਚੱਲ ਰਿਹਾ ਹੈ ਤੇ ਹੁਣ ਇੱਕ ਸੂਰਮਾ ਜਿਹੜਾ ਹੈ ਉਹ ਕੱਲਾ ਹੀ ਅਬਦਾਲੀ ਦੇ ਨਾਲ ਟੱਕਰ ਲੈਣ ਦੇ ਲਈ 1.25 ਲੱਖ ਸੇ ਇੱਕ ਲੜਾ, ਉਹ ਕੱਲਾ ਹੀ ਉੱਠਿਆ ਹੈ। ਉਸ ਬਹਾਦਰ ਸਿੰਘ ਦੀ ਜਿਹੜੀ ਗਾਥਾ ਹੈ, ਆਓ ਪਿਆਰ ਦੇ ਨਾਲ ਸਰਵਣ ਕਰੀਏ। ਦਿਓ ਅਸੀਸ ਕੋਈ ਰਸਨਾ ਵਾਂਝੀ ਨਾ ਰਹੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਆ, ਮਨ ਤਨ ਦੀਆਂ ਬਿਰਤੀਆਂ ਕਵ ਕਰਦੇ ਅੱਖਾਂ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਖੋ ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਮਾਝੇ ਮੇਥੋ ਸਿੰਘ ਰਹਿਓ ਹਾਠੂ ਸਿੰਘ ਤਿਸ ਨਾਮ। ਹੁਣ ਮਜੈਲ ਇੱਕ ਉੱਠਿਆ ਹੈ ਮਾਝੇ ਦੀ ਧਰਤੀ ਤੋਂ। ਜਿਹੜੇ ਮਾਝੇ ਦੀ ਧਰਤੀ ਤੋਂ ਉੱਠਦੇ ਹਨ ਉਹਨਾਂ ਨੂੰ ਮਝੈਲ ਫੌਜਾਂ ਵੀ ਕਿਹਾ ਜਾਂਦਾ ਹੈ, ਮਝੈਲੀਏ ਸਿੰਘ ਵੀ ਕਿਹਾ ਜਾਂਦਾ ਹੈ, ਕਿਉਂਕਿ ਮਾਝੇ ਦੀ ਧਰਤੀ ਹੈ। ਮਾਝੇ ਦੀ ਧਰਤੀ ਤੇ ਇੱਕ ਸੂਰਮਾ ਹੈ, ਉਸ ਦਾ ਨਾਮ ਹੈ ਭਾਈ ਹਾਠੂ ਸਿੰਘ। ਇਤਿਹਾਸ ਆਪ ਜੀ ਬਹੁਤ ਸਰਵਣ ਕਰਦੇ ਹੋ, ਨਿਤਾ ਪ੍ਰਤੀ ਕਰਦੇ ਹੋ, ਪਰ ਇਹੋ ਜਿਹੇ 94 ਕਿੱਸੇ ਜਿਹੜੇ ਹਨ ਇਤਿਹਾਸ ਦੀਆਂ ਗਾਥਾਵਾਂ ਬਹੁਤ ਘੱਟ ਸੁਣਨ ਦੇ ਵਿੱਚ ਮਿਲਣਗੀਆਂ, ਕਿਉਂਕਿ ਭਾਈ ਹਾਠੂ ਸਿੰਘ ਜੀ ਦੀ ਇਹ ਜੀਵਨ ਗਾਥਾ ਜਿਹੜੀ ਹੈ ਆਮ ਕਰਕੇ ਆਪ ਜੀ ਨੂੰ ਜਿਹੜੀ ਹੈ ਨਹੀਂ ਮਿਲੇਗੀ।
ਜਦੋਂ ਹੁਣ ਇਹ ਪੰਥ ਪ੍ਰਕਾਸ਼ ਝੋਲੀ ਦੇ ਵਿੱਚ ਪਿਆ ਹੈ, ਮੈਨੂੰ ਗੁਰਸਿੱਖ ਪਿਆਰਿਆਂ ਦੇ ਉਹ ਬਚਨ ਚੇਤੇ ਆ ਰਹੇ ਨੇ, ਪਿਛਲੇ ਦਿਨ ਸਾਂਝੇ ਕਰ ਰਹੇ ਸਨ ਕਿ ਭਾਈ ਸਾਹਿਬ ਸੱਚੀ ਹੈ ਕਿ ਬਹੁਤਾ ਕੁਝ ਨਹੀਂ ਸਰਵਣ ਕਰਨ ਨੂੰ ਮਿਲਦਾ, ਕਿਉਂਕਿ ਹਾਂ ਦੇ ਵਿੱਚ ਉਹ ਹਾਂ ਮਲਾਉਣੀ ਵੀ ਜ਼ਰੂਰੀ ਸੀ। ਜ਼ਿਆਦਾਤਰ ਸ਼ਹੀਦੀਆਂ ਦੇ ਸਾਕੇ ਜਿਹੜੇ ਨੇ, ਚਮਕੌਰ ਦੀ ਧਰਤੀ, ਸਰਹੰਦ ਦੀ ਧਰਤੀ, ਸ਼ਹੀਦ ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਆਦਿ ਜੋ ਪ੍ਰਚਲਿਤ ਹਨ, ਉਹ ਸਾਕੇ ਆਪ ਜੀ ਨੂੰ ਜ਼ਰੂਰ ਹਰ ਸਾਲ ਸੁਣਨ ਨੂੰ ਮਿਲਣਗੇ। ਪਰ ਜੋ ਭਾਈ ਰਤਨ ਸਿੰਘ ਜੀ ਭੰਗੂ, ਮਹਿਤਾਬ ਸਿੰਘ ਜੀ ਮੀਰਾ ਕੋਟੀਆਂ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ ਸੀ, ਇਹ ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਦਾ ਪੋਤਰਾ ਹੈ। ਤੇ ਉਹਨਾਂ ਦਾ ਪੋਤਰਾ ਜੋ ਲਿਖ ਗਿਆ ਹੈ ਇਤਿਹਾਸ ਨੂੰ, ਇਸ ਤੋਂ ਵੱਡਾ ਇਤਿਹਾਸ ਜਿਹੜਾ ਹੈ ਦੁਨੀਆ ਤੇ ਕੋਈ ਸਿੱਖਾਂ ਦਾ ਹੋ ਨਹੀਂ ਸਕਦਾ, ਉਹ ਆਪ ਦੀ ਸਰਵਣ ਕਰ ਰਹੇ ਹੋ। ਤੇ ਇੱਥੇ ਮਝੈਲ ਸਿੰਘ ਜਿਹੜਾ ਹੈ, ਇਸ ਦਾ ਨਾਮ ਹੈ ਭਾਈ ਹਾਠੂ ਸਿੰਘ। ਇਹ ਉੱਠਿਆ ਹੈ ਮਾਝੇ ਦੀ ਧਰਤੀ ਤੋਂ ਜੀ। ਪੂਰਾ ਹੱਠੀ ਤਪੀ ਕਾਨਾ ਕਾਸ਼ ਗ੍ਰਾਮ। ਕਾਹਨਾ ਕਾਛਾ ਲਾਹੌਰ ਦੀ ਧਰਤੀ ਤੇ ਇੱਕ ਪਿੰਡ ਹੈ, ਧਿਆਨ ਦੇਣਾ। ਭਾਈ ਬਚਿੱਤਰ ਸਿੰਘ ਜੀ, ਜਿਨ੍ਹਾਂ ਨੇ ਸ਼ਰਾਬੀ ਮਸਤ ਹਾਥੀ ਦਾ ਮੁਕਾਬਲਾ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਕੀਤਾ ਸੀ, ਇਹਨਾਂ ਦਾ ਜੋ ਪਿਛਲਾ ਗ੍ਰਾਮ ਰਿਹਾ ਹੈ ਉਹ ਕਾਨਾ ਕਾਛਾ ਸੀ ਤੇ ਇਹ ਲਾਹੌਰ ਦੇ ਵਿੱਚ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਜਿਹੜੇ ਇਹ ਆਉਂਦੇ ਹਨ, ਭਾਈ ਬਚਿੱਤਰ ਸਿੰਘ ਜੀ, ਤੇ ਉਦੋਂ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਹੈ ਉਹ ਮੁਲਤਾਨ ਦੀ ਧਰਤੀ, ਅਲੀਗੜ੍ਹ ਇੱਥੇ ਰਹਿੰਦਾ ਹੁੰਦਾ ਸੀ। ਤੇ ਉੱਥੋਂ ਉੱਠ ਕਰਕੇ ਕਾਨਾ ਕਾਛਾ ਲਾਹੌਰ ਦੇ ਵਿੱਚ ਆ ਕੇ ਇਹਨਾਂ ਦਾ ਪਰਿਵਾਰ ਵਸਣ ਬਹਿ ਗਿਆ। ਉਸ ਤੋਂ ਉਪਰੰਤ ਜੋ ਸਮਾਂ ਬਦਲਿਆ, ਅੱਜ ਪੰਜਾਬ ਦੀ ਧਰਤੀ ਰਾਜਪੁਰਾ ਹੈ ਤੇ ਭਾਈ ਬਚਿੱਤਰ ਸਿੰਘ ਜੀ ਤੇ ਭਾਈ ਹਾਠੂ ਸਿੰਘ ਜੀ ਦੀ ਪੀੜ੍ਹੀ ਦਰ ਪੀੜ੍ਹੀ ਜਿਹੜੀ ਚੱਲ ਰਹੀ ਹੈ, ਉਹਨਾਂ ਦੇ ਅੱਗੇ ਪਰਿਵਾਰ ਉਹ ਰਾਜਪੁਰੇ ਦੀ ਧਰਤੀ ਤੇ ਆਪ ਜੀ ਨੂੰ ਮਿਲਣਗੇ। ਇਹ ਖੋਜਣ ਦਾ ਵਿਸ਼ਾ ਹੈ। ਉਹ ਕਹਿੰਦੇ ਹਨ ਕਵੀ ਜੀ ਕਿ ਬੜਾ ਸੂਰਾ ਹੈ, ਬੜਾ ਹਠੀ ਹੈ, ਬੜਾ ਤਪੀ ਹੈ। ਹਠੀ ਦਾ ਮਤਲਬ ਹੈ ਜਿਹੜਾ ਪ੍ਰਣ ਕਰ ਲਿਆ, ਫਿਰ ਉਹ ਤੋਂ ਜਿਹੜਾ ਹੈ ਪੈਰ ਪਿੱਛੇ ਨਹੀਂ ਪਾਉਣਾ, ਜੋ ਕਿਹਾ ਹੈ ਉਹ ਕਰਕੇ ਵਿਖਾਉਣਾ ਹੈ, ਭਾਵੇਂ ਜਾਨ ਚਲੀ ਜਾਵੇ, ਪਰ ਆਪਣਾ ਬਚਨ ਜਿਹੜਾ ਹੈ ਉਹਨੂੰ ਜ਼ਰੂਰ ਪੂਰਾ ਕਰਨ ਦੀ ਜਿਹੜੀ ਹੈ ਅੰਤਲੇ ਸਵਾਸਾਂ ਤੱਕ ਕੋਸ਼ਿਸ਼ ਕਰਨੀ ਹੈ। ਜਪੀ ਉਹ ਬੜਾ ਜਪ ਕਰਦਾ ਹੈ, ਨਿਤਨੇਮੀ ਹੈ, ਬਾਣੀ ਦਾ ਪ੍ਰੇਮੀ ਹੈ, ਸੇਵਾ ਭਾਵਨਾ ਵਾਲਾ ਹੈ। ਉਹਦਾ ਜੁੱਸਾ ਜਿਹੜਾ ਹੈ ਬੜਾ ਨਰੋਵਾ ਹੈ ਤੇ ਦੇਖਣ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕੋਈ ਸ਼ੇਰ, ਬੱਬਰ ਸ਼ੇਰ ਜਿਹੜਾ ਹੈ ਸਾਹਮਣੇ ਖਲੋਤਾ ਹੋਵੇ। ਆਂਦੇ ਸੂਰਾ ਪੂਰਾ ਹਠੀ ਤਪੀ ਕਾਨਾ ਕਾਸ਼ ਗ੍ਰਾਮ, ਜਿਸ ਦਾ ਕਾਨਾ ਕਾਛਾ ਲਾਹੌਰ ਦੇ ਲਾਗੇ ਗ੍ਰਾਮ ਸੀ। ਇੱਕ ਦਿਨ ਕੀ ਸੋਚਦਾ ਹੈ ਕਿ ਆਂਦਾ ਅਬਦਾਲੀ ਨੇ ਬੜਾ ਅਤਿਆਚਾਰ ਕੀਤਾ ਹੋਇਆ ਹੈ, ਤੇ ਜਦੋਂ ਵੀ ਇਹਦਾ ਹਿੱਲਾ ਪੈਂਦਾ ਹੈ ਸਿੰਘਾਂ ਨੂੰ ਤੇ ਹੋਰ ਮਤ ਵਾਲਿਆਂ ਨੂੰ ਬੜਾ ਜਿਹੜਾ ਹੈ ਜ਼ਲੀਲ ਕਰਦਾ ਹੈ। ਮਨ ਦਾ ਫੁਰਨਾ ਬਣਿਆ। ਵਾਹਿਗੁਰੂ ਦੇ ਅੱਗੇ ਇਹਨੇ ਅਰਦਾਸ ਕੀਤੀ ਤੇ ਕਹਿਣ ਲੱਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੱਜ ਕੱਲੇ ਅਬਦਾਲੀ ਦਾ, ਇਸ ਕੱਲੇ ਹਾਠੂ ਸਿੰਘ ਨੇ ਜਿਹੜਾ ਹੈ ਨਾ ਸਿਰ ਜਿਹੜਾ ਵੱਢ ਕੇ ਉਹ ਲੈ ਆਉਣਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਦਾ ਪ੍ਰਣ ਕਰਦਾ ਹੈ। ਕੋਠੇ ਵਾਹਿਗੁਰੂ ਘੋੜੇ ਦੀ ਕਾਠੀ ਤੇ ਬੈਠਣਾ ਕੀਤਾ, ਰਕਾਬ ਦੇ ਵਿੱਚ ਪੈਰ ਪਾਏ, ਪੌੜ ਲਾਈ, ਘੋੜਾ ਜਿਹੜਾ ਇਹਨੇ ਚਲਾਉਣਾ ਦੌੜਾਉਣਾ ਚਾਲੂ ਕਰ ਦਿੱਤਾ। ਆਂਦੇ ਜਿੱਥੇ ਖੇਮਾ ਤਾਰਿਆ ਹੋਇਆ ਸੀ ਅਬਦਾਲੀ ਨੇ ਨਾ, ਉੱਥੇ 4 ਸਫੇਰੇ ਇਹ ਘੁੰਮਿਆ ਹੈ ਜੀ। ਤੇ ਘੁੰਮਦਿਆਂ ਉਸ ਤੰਬੂ ਦੇ ਲਾਗੇ ਗਿਆ ਜਿੱਥੇ ਅਬਦਾਲੀ ਜਿਹੜਾ ਸੀ ਆਪਣਾ ਵਿਸ਼ਰਾਮ ਕਰ ਰਿਹਾ ਸੀ, ਰਾਤ ਦਾ ਸਮਾਂ ਹੈ। ਤੇ ਹੁਣ ਜਦੋਂ ਘੁੰਮ ਕੇ ਉਸ ਤੰਬੂ ਦੇ ਲਾਗੇ ਛਾਗੇ ਦੇਖਦਾ ਹੈ ਤੇ ਇਹਨੂੰ ਜਿਹੜਾ ਹੈ ਅਬਦਾਲੀ ਉਸ ਸਮੇਂ ਉੱਥੇ ਨਹੀਂ ਮਿਲਿਆ। ਤੇ ਇਸੇ ਪ੍ਰਕਾਰ ਕੀ ਹੋਇਆ ਕਿ ਜਿਹੜੇ ਹੁਣ ਸਿੰਘਾਂ ਦਾ ਸਰੂਪ ਹੈ ਉਹ ਤੁਰਕਾਂ ਨਾਲੋਂ ਇੱਕ ਵੱਖਰਾ ਹੈ। ਹਾਲਾਂਕਿ ਭਾਵੇਂ ਜਿਹੜਾ ਹੈ ਤੁਰਕਾਂ ਦੇ ਵੀ ਜਿਹੜੇ ਨੇ ਉਹ ਕੇਸ ਹਨ, ਉਹਨਾਂ ਨੇ ਵੀ ਜਿਹੜੇ ਹਨ ਕੇਸ ਰੱਖੇ ਹੋਏ ਹਨ, ਪਰ ਉਹਨਾਂ ਦਾ ਅੱਖਾਂ ਦਾ ਜੋ ਸੁਭਾਅ ਹੈ ਉਹ ਆਮ ਜੋ ਅਸੀਂ ਗੁਰਸਿੱਖ ਦੇਖਦੇ ਹਾਂ ਉਹਨਾਂ ਨਾਲੋਂ ਵੱਖਰਾ ਹੋਵੇਗਾ। ਕਿਸੇ ਵੀ ਕੌਮ ਦੇ ਵਿੱਚ ਤੁਸੀਂ ਚਲੇ ਜਾਓ, ਬੋਧੀਆਂ ਦੇ ਵਿੱਚ ਚਲੇ ਜਾਓ,
ਜਾਂ ਈਸਾਈ ਮਤ ਦੇ ਵਿੱਚ ਚਲੇ ਜਾਓ, ਪਹਿਰਾਵਾ ਤੇ ਉਹਨਾਂ ਦੇ ਮੁਖੜੇ ਦਾ ਜੋ ਜਾਲੋ ਜਲਾਲ ਹੈ ਉਹ ਆਪ ਜੀ ਨੂੰ ਵੱਖਰਾ ਹੀ ਮਿਲੇਗਾ ਹਰ ਧਰਮ ਦੇ ਅੰਦਰ। ਹੁਣ ਜਦੋਂ ਇਹ ਸਿੰਘ ਗਿਆ ਹਾਠੂ ਸਿੰਘ ਉੱਥੇ, ਤੇ ਜਦੋਂ ਜਾਂਦਾ ਹੈ ਤੇ ਇਹਨੂੰ ਉੱਥੇ ਅਬਦਾਲੀ ਨਾ ਮਿਲਿਆ, ਤੇ ਜੋ ਹੀ ਇਹਨੇ ਹੁਣ ਵਾਪਸੀ ਕਰਨੀ ਹੈ ਤੇ ਜਿਹੜੇ ਤੁਰਕ ਹਨ ਨਾ ਉਹਨਾਂ ਦੀ ਨਜ਼ਰ ਜਿਹੜੀ ਹੈ ਇੱਥੇ ਪੈ ਗਈ, ਤੇ ਉਹਨਾਂ ਨੇ ਇਹਨੂੰ ਪਛਾਣ ਲਿਆ ਇਸ ਕਰਕੇ ਵੀ ਪਹਿਰਾਵਾ ਤੇ ਸਾਡੇ ਵਰਗਾ ਲੱਗਦਾ ਹੈ, ਪਰ ਜਿਹੜਾ ਮੂੰਹ ਦਾ ਫੇਸ ਜਿਹੜਾ ਹੈ ਉਹ ਸਿੱਖਾਂ ਦਾ ਹੈ, ਪਗੜੀ ਸਾਡੇ ਵਰਗੀ ਸਜਾਈ ਹੈ। ਇੱਕ ਪਾਵਨ ਬਚਨ ਆਇਆ ਭਾਈ ਗੁਰਦਾਸ ਜੀ ਦਾ, ਬਾਬੇ ਭੇਸ ਬਣਾਇਆ। ਤੁਸੀਂ ਭਾਈ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਉਹਨਾਂ ਦਾ ਜਦੋਂ ਇਤਿਹਾਸ ਪੜ੍ਹੋਗੇ ਉੱਥੇ ਵੀ ਉਹਨਾਂ ਨੇ ਭੇਸ ਬਦਲਿਆ ਹੈ, ਸਿਰਫ ਗੁਰੂ ਦੇ ਬਚਨ ਨੂੰ ਕਮਾਉਣ ਵਾਸਤੇ। ਘੋੜੇ ਵੀ ਲਿਆਉਣੇ ਨੇ, ਦੁਸ਼ਾਲੇ ਵੀ ਲਿਆਉਣੇ ਨੇ, ਭੇਸ ਬਦਲਿਆ ਗਿਆ, ਪਠਾਨ ਦਾ ਭੇਸ ਬਣਾਇਆ ਗਿਆ। ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖ ਇਤਿਹਾਸ ਨੇ ਜਿਹੜੀ ਹੈ ਪੂਰਨੇ ਪਾਏ ਹਨ। ਕਿਸੇ ਦੀ ਜਾਨ ਬਚਾਉਣੀ ਹੋਵੇ, ਝੂਠ ਬੋਲ ਦਿੱਤਾ ਜਾਵੇ ਤੇ ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈ। ਕਿਸੇ ਦੀ ਜਾਨ ਜਾਂਦੀ ਹੈ ਤੇ ਉੱਥੇ ਸੱਚ ਬੋਲਿਆ ਵੀ ਜਿਹੜਾ ਹੈ ਉਹ ਖੂਨ ਦਾ ਕੰਮ ਕਰ ਜਾਵੇ। ਇਸ ਕਰਕੇ ਇਹਨੇ ਥੋੜਾ ਭੇਸ ਤੁਰਕਾਂ ਵਰਗਾ ਬਣਾਇਆ ਹੋਇਆ ਸੀ, ਪਰ ਤੁਰਕ ਵੀ ਅੱਗੋਂ ਕਾਫੀ ਸਿਆਣੇ ਨੇ, ਉਹਨਾਂ ਦੇ ਸਿਪਾਹੀਆਂ ਨੇ ਜਿਹੜਾ ਹੈ ਇਹਨੂੰ ਪਹਿਚਾਨ ਲਿਆ ਹੈ ਜੀ। ਤੇ ਜਦੋਂ ਫਿਰ ਇਹਨੇ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਵੱਢਣਾ ਤੇ ਅਬਦਾਲੀ ਦਾ ਸਿਰ ਹੈ, ਦੂਜਿਆਂ ਨਾਲ ਕੀ ਕਰਨਾ ਹੈ, ਤੇ ਘੋੜੇ ਦੀ ਜੋ ਹੀ ਪੌੜ ਲਾਈ ਤੇ ਅਚਨਚੇਤ ਕਿਤੇ ਉਹ ਰਸਤਾ ਜਿਹੜਾ ਤਿਲਕਣਾ ਸੀ, ਗਾਰੇ ਵਾਲਾ ਕਹਿ ਲਈਏ, ਮੀਂਹ ਦੀ ਬਰਸਾਰ ਹੋਈ ਸੀ, ਤੇ ਘੋੜੇ ਦਾ ਪੌੜ ਜਿਹੜਾ ਹੈ ਉਹ ਤਿਲਕਣਾ ਹੋਇਆ ਹੈ ਜੀ। ਆਂਦੇ ਇੱਕਦਮ ਘੋੜਾ ਡਿੱਗਿਆ, ਤੇ ਘੋੜੇ ਡਿੱਗਣ ਦੇ ਨਾਲ ਹੀ ਭਾਈ ਹਾਠੂ ਸਿੰਘ ਵੀ ਜਿਹੜਾ ਹੈ ਉਹ ਘੋੜੇ ਦੇ ਥੱਲੇ ਜਿਹੜਾ ਹੈ ਆ ਗਿਆ ਹੈ। ਤੇ ਉਹ ਘੋੜੇ ਦੇ ਭਾਰ ਦੇ ਕਰਕੇ ਇੱਕਦਮ ਜਿਹੜਾ ਭਾਈ ਸਾਹਿਬ ਜੀ, ਭਾਈ ਹਾਠੂ ਸਿੰਘ ਜੀ ਕੋ ਉੱਠਣਾ ਹੋਇਆ। ਇੰਨੇ ਚਿਰ ਨੂੰ ਉਹ ਤੁਰਕ ਜਿਹੜੇ ਪਛਾਣ ਗਏ ਸਨ, ਉਹ ਇੱਕਦਮ ਲਾਗੇ ਆਏ ਤੇ ਭਾਈ ਸਾਹਿਬ ਜੀ ਨੂੰ ਉਹਨਾਂ ਨੇ ਫੜ ਲਿਆ ਹੈ ਜੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਿਸ ਘਰ ਦਾ ਖਾਈਏ ਉਸ ਘਰ ਦੀ ਗੱਲ ਵੀ ਕਰਨੀ ਚਾਹੀਦੀ ਹੈ। ਤੁਰਕ ਹਨ, ਅਬਦਾਲੀ ਦਾ ਖਾਂਦੇ ਹਨ, ਉਹ ਰੋਜੀ ਰੋਟੀ ਦਿੰਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਸਾਡਾ ਦੁਸ਼ਮਣ ਹੈ। ਫੜਿਆ ਭਾਈ ਹਾਠੂ ਸਿੰਘ ਜੀ ਨੂੰ, ਤੇ ਸਮੇਂ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਜਿਹੜਾ ਹੈ ਪੇਸ਼ ਕਰ ਦਿੱਤਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਦੋਂ ਅਬਦਾਲੀ ਦੇ ਸਾਹਮਣੇ ਜਾ ਕਰਕੇ ਖਲੋਣਾ ਕੀਤਾ, ਤੇ ਅਬਦਾਲੀ ਕਹਿੰਦਾ ਤੂੰ ਕੌਣ? ਆਂਦਾ ਮੈਂ ਸਿੱਖ। ਤੇ ਆਂਦਾ ਸਿੱਖ ਤੇ ਸ਼ੇਰ ਹੁੰਦੇ ਨੇ? ਆਂਦਾ ਹਾਂ ਮੈਂ ਸ਼ੇਰ, ਬੱਬਰ ਸ਼ੇਰ। ਤੇ ਆਂਦੇ ਸ਼ੇਰ ਤਾਂ ਫਿਰ ਕਿਸੇ ਨੂੰ ਛੱਡਦਾ ਨਹੀਂ, ਤੂੰ ਇੱਥੇ ਕਰਨ ਕੀ ਆਇਆ? ਆਂਦਾ ਤੇਰਾ ਸਿਰ ਵੱਢਣ ਆਇਆ। ਪਿਆਰ ਨਾਲ ਆਖੋ ਸਤਨਾਮ। ਜਦੋਂ ਇਹ ਬਚਨ ਸੁਣਿਆ ਭਾਈ ਹਾਠੂ ਸਿੰਘ ਦਾ ਨਾ, ਇਹਨੇ ਅਬਦਾਲੀ ਨੇ ਪੈਰਾਂ ਥੱਲੋਂ ਜ਼ਮੀਨ ਕੰਬੀ, ਪੈਰ ਜਿਹੜੇ ਨੇ ਖਿਸਕਣੇ ਹੋਏ। ਸੋਚਦਾ ਹੈ ਕੱਲਾ ਤੇ ਕੱਲਾ ਹੀ ਮੇਰਾ ਸਿਰ ਵੱਢ ਕੇ ਲੈ ਜਾਵੇਗਾ, ਇਹ ਮੇਰੀ ਮੌਤ ਦਾ ਜਿਹੜਾ ਹੈ ਸੰਕੇਤ ਹੈ, ਇਹਨੂੰ ਜਿੰਦਾ ਨਹੀਂ ਜਾਣ ਦੇਣਾ। ਪਿਆਰ ਨਾਲ ਆਖੋ ਸਤਨਾਮ। ਜਦੋਂ ਇਹ ਪੇਸ਼ ਕੀਤਾ ਗਿਆ ਅਬਦਾਲੀ ਦੇ ਸਾਹਮਣੇ ਜੀ, ਉਦੋਂ ਫਿਰ ਅਬਦਾਲੀ ਨੇ ਇੱਕ ਫੈਸਲਾ ਕੀਤਾ, ਆਂਦੇ ਖੂਨੀ ਹਾਥੀ ਜਿਹੜਾ ਹੈ ਉਹ ਮੰਗਾਇਆ ਜਾਏ। ਗੁਰ ਇਤਿਹਾਸ ਦੇ ਅੰਦਰ ਬੇਅੰਤ ਗਥਾਵਾਂ ਹਾਥੀ ਦੇ ਪ੍ਰਥਾਏ ਚੱਲ ਰਹੀਆਂ ਹਨ, ਜਿੱਥੇ ਹਾਥੀ ਨੂੰ ਬੜੀ ਵਾਰ ਵਰਤਿਆ ਗਿਆ ਭਗਤਾਂ ਨੂੰ ਮਾਰਨ ਵਾਸਤੇ, ਸਿੱਖਾਂ ਨੂੰ ਮਾਰਨ ਵਾਸਤੇ। ਆਂਦੇ ਖੂਨੀ ਗੱਜ ਕੇ ਆਗੇ ਪਾਇਓ, ਤੇ ਭਾਈ ਹਾਠੂ ਸਿੰਘ ਜੀ ਹੁਣਾਂ ਨੂੰ ਖੂਨੀ ਹਾਥੀ ਦੇ ਅੱਗੇ ਜਿਹੜਾ ਹੈ ਲੰਮੇ ਪਾ ਦਿੱਤਾ ਗਿਆ। ਪਿਆਰ ਨਾਲ ਆਖੋ ਸਤਨਾਮ। 100 ਗਜ ਖੂਨੀ ਕਿਸੇ ਨਾ ਮਾਰੇ। ਫਿਰ ਉਹ ਖੂਨੀ ਹਾਥੀ ਜਿਹੜਾ ਅੱਜ ਤੱਕ ਅਬਦਾਲੀ ਦੇ ਇਸ਼ਾਰਿਆਂ ਤੇ ਚੱਲਦਾ ਸੀ, ਜਿਹੜਾ ਅੱਜ ਤੱਕ ਜੋ ਅਬਦਾਲੀ ਨੇ ਕਹਿ ਦਿੱਤਾ, ਹਾਥੀ ਦੇ ਉੱਤੇ ਬੈਠਾ ਹੋਇਆ ਮਹਾਵਤ ਹੰਸਤੀ ਸਿਰ ਜਿਉ ਅੰਕੁਸ਼ ਹੈ, ਅਹਰਨ ਜਿਉ ਸਿਰ ਦੇ। ਜੋ ਬੈਠਾ ਹੋਇਆ ਮਹਾਵਤ, ਉਹ ਕੁੰਡੀ ਜੋ ਮਾਰਦਾ ਹੈ ਹਾਥੀ ਦੇ ਸਿਰ ਤੇ, ਜਿੱਧਰ ਨੂੰ ਚਾਵੇ ਹਾਥੀ ਨੂੰ ਮੋੜ ਲੈਂਦਾ ਹੈ, ਜੋ ਹਾਥੀ ਨੂੰ ਕਰਾਉਣਾ ਚਾਵੇ ਉਹ ਹਾਥੀ ਕਰਦਾ ਹੈ।
ਪਰ ਮਾਲਕ ਦੇ ਘਰ ਦੀ ਖੇਡ ਅੱਜ ਬਚਨ ਜਿਹੜੇ ਨੇ ਉਹ ਉਲਟ ਹੋ ਗਏ। ਪਿਆਰ ਨਾਲ ਆਖੋ ਸਤਨਾਮ। ਕਿਉਂਕਿ ਬਾਣੀ ਨੇ ਇੱਕ ਬਚਨ ਹੋਰ ਕਿਹਾ, ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਸਭ ਕੁਝ ਉਹਦੇ ਭੈ ਦੇ ਵਿੱਚ ਹੈ। ਮਨੁੱਖ ਦੀ ਇਹ ਮਤ ਹੈ ਕਿ ਮੈਂ ਸਭ ਕੁਝ ਕਰ ਲਵਾਂ, ਰੱਬ ਬਣ ਜਾਂਦਾ ਹੈ ਮਨੁੱਖ। ਜਿੱਦਣ ਮਾਲਕ ਦੇ ਘਰ ਦੀ ਖੇਡ ਵਰਤਦੀ ਹੈ ਉਦੋਂ ਆਸਾ ਜੀ ਦੀ ਵਾਰ ਦੀ ਇਹ ਪੌੜੀ ਹਮੇਸ਼ਾ ਚੇਤੇ ਰੱਖਿਓ ਪਿਆਰਿਓ। ਚਿੱਟੇ ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਇਂਦਾ ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਇਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇਂਦਾ, ਦਰ ਮੰਗਨ ਭਿੱਖ ਨਾ ਪਾਇਆ। ਏਦਾਂ ਵੀ ਕਰ ਸਕਦਾ ਹੈ। ਸਿੰਘਾਂ ਬਾਜਾਂ ਚਰਗਾਂ ਖੂਹੀਆਂ ਇਹਨਾਂ ਖਵਾਲੇ ਕਾਹੋ, ਕਾਹੋ ਖਾਣ ਤਿਨਾਂ ਮਾਸ ਖਵਾਲੇ, ਇਹ ਤੇ ਚਲਾਏ ਰਾਹੋ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹੂ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ। ਲਸ਼ਕਰਾਂ ਦੇ ਲਸ਼ਕਰਾਂ ਨੂੰ ਸੁਆਹ ਕਰ ਸਕਦਾ ਹੈ। ਕੀੜਿਆਂ ਨੂੰ ਜਦੋਂ ਪਾਤਸ਼ਾਹੀ ਦਿੰਦਾ ਹੈ ਤੇ ਉਹ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਪਾਤਸ਼ਾਹ ਬਣ ਕੇ ਵੀ ਕਹਿੰਦਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਨੋ, ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਜ ਇਹ ਹਾਥੀ ਜਿਹੜਾ ਹੈ ਖੂਨੀ ਬੜੇ ਮੌਤ ਦੇ ਘਾਟ ਸਲਾਉਂਦਾ ਰਿਹਾ ਲੋਕਾਂ ਨੂੰ, ਪਰ ਹੁਣ ਪੈਰ ਜਿਹੜਾ ਹੈ ਪਿੱਛੇ ਖਿਸਕਾਉਂਦਾ ਪਿਆ ਹੈ। ਮਹਾਵਤ ਦੇ ਰਹਿਓ ਗਾਰ, ਆਂਦੇ ਮਹਾਵਤ ਨੇ ਬੜੀਆਂ ਹਾਥੀ ਨੂੰ ਗਾਲਾਂ ਦਿੱਤੀਆਂ ਹਨ। ਮੰਦਾ ਬੋਲ ਬੋਲਿਆ ਹੈ, ਤੂੰ ਮੈਨੂੰ ਵੀ ਮਰਵਾਏਂਗਾ, ਤੂੰ ਅੱਗੇ ਕਿਉਂ ਨਹੀਂ ਹੁੰਦਾ ਪਿਆ। ਫੇਰ ਹਾਥੀ ਸੰਗ ਪੈਰ ਬੰਧਾਇਆ। ਆਂਦੇ ਫਿਰ ਜਿਹੜਾ ਹੈ ਨਾ, ਜਦੋਂ ਹਾਥੀ ਅੱਗੇ ਨਾ ਤੁਰਿਆ ਤੇ ਉਦੋਂ ਭਾਈ ਹਾਠੂ ਸਿੰਘ ਜੀ ਦੀ ਇੱਕ ਲੱਤ ਫੜ ਕੇ ਹਾਥੀ ਦੇ ਪੈਰ ਦੇ ਨਾਲ ਜਿਹੜੀ ਹੈ ਉਹ ਬੰਨ ਦਿੱਤੀ ਹੈ ਜੀ। ਹਾਥੀ ਨਾਹੀਂ ਮਰਾਇਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਵੀ ਜਿਹੜਾ ਉਹ ਹਾਥੀ ਹੈ ਨਾ ਪਿਆਰਿਓ, ਉਹ ਭਾਈ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਨੂੰ ਤਿਆਰ ਨਹੀਂ ਹੋ ਰਿਹਾ। ਦੇਖੋ ਮਾਲਕ ਦੇ ਘਰ ਦੀ ਖੇਡ। ਇਤਿਹਾਸ ਜਦੋਂ ਪੜ੍ਹਦੇ ਹਾਂ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਤੇ ਉਹਨਾਂ ਦੇ ਜੀਵਨ ਦੀ ਇਸੇ ਪ੍ਰਕਾਰ ਦੀ ਘਟਨਾ ਹੈ। ਜਦੋਂ ਉਹਨਾਂ ਨੂੰ ਵੀ ਹਾਥੀ ਦੇ ਕੋਲੋਂ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਸਮੇਂ ਦਾ ਸਿਕੰਦਰ ਲੋਧੀ ਬਾਦਸ਼ਾਹ ਸੀ ਤੇ 3 ਵਾਰੀ ਹਮਲਾ ਕਰਾਇਆ ਹਾਥੀ ਦੇ ਕੋਲੋਂ ਤੇ ਉਦੋਂ ਹਾਥੀ ਨੇ ਜਿਹੜਾ ਸੀ ਨਾ ਬਾਬਾ ਕਬੀਰ ਸਾਹਿਬ ਜੀ ਦੇ ਉੱਤੇ ਜਿਹੜਾ ਸੀ ਹਮਲਾ ਭਾਵ ਮਾਰਿਆ ਨਹੀਂ ਸੀ। ਕੁੰਚਰ ਪੋਟ ਲੈ ਨਮਸਕਾਰੈ, ਬੂਝੀ ਨਹੀਂ ਅੰਧੇ ਅੰਧਿਆਰੇ, 3 ਬਾਰ ਪਤੀਆ ਭਰ ਲੀਨਾ, 3 ਬਾਰ ਹਮਲਾ ਕੀਤਾ ਹੈ, ਮਨ ਕਠੋਰ ਅਜਹੂ ਨਾ ਪਤੀਨਾ। ਜਦੋਂ ਕਬੀਰ ਸਾਹਿਬ ਜੀ ਉੱਤੇ 3 ਵਾਰੀ ਹਮਲਾ ਕੀਤਾ ਨਾ ਤੇ ਸੁਲਤਾਨ ਜਿਹੜਾ ਸੀ ਨਾ ਸਿਕੰਦਰ ਲੋਧੀ, ਇਹਦਾ ਮਨ ਜਿਹੜਾ ਹਜੇ ਵੀ ਨਹੀਂ ਭਰਿਆ ਸੀ, ਇੰਨਾ ਕਠੋਰ ਸੀ। ਕਹਿੰਦਾ ਕਬੀਰ ਸਾਹਿਬ ਜੀ ਨੂੰ ਖਤਮ ਕਰਕੇ ਹੀ ਛੱਡਣਾ ਹੈ। ਪਰ ਉਸ ਸਮੇਂ ਵੀ ਹਾਥੀ ਨੇ ਜਿਹੜਾ ਸੀ ਨਾ ਬਾਬਾ ਕਬੀਰ ਸਾਹਿਬ ਜੀ ਦਾ ਕੋਈ ਨੁਕਸਾਨ ਨਹੀਂ ਕੀਤਾ। ਇਸੇ ਪ੍ਰਕਾਰ ਦੀ ਇਹ ਘਟਨਾ ਜਿਹੜੀ ਹੈ ਜੀਵਨ ਸਾਖੀ ਚੱਲ ਰਹੀ ਹੈ ਕਿ ਇਹਨੇ ਹਾਥੀ ਨੇ ਫਿਰ ਵੀ ਇੱਕ ਪੈਰ ਬੰਨ੍ਹ ਦਿੱਤਾ ਭਾਈ ਹਾਠੂ ਸਿੰਘ ਜੀ ਦਾ, ਫਿਰ ਵੀ ਜਿਹੜਾ ਹਮਲਾ ਨਹੀਂ ਕਰਦਾ ਪਿਆ। ਸ਼ਾਹ ਗਜ ਔਰ ਮੰਗਾਇਆ। ਆਂਦੇ ਫਿਰ ਸ਼ਾਹ ਨੇ ਇੱਕ ਖੂਨੀ ਹਾਥੀ ਹੋਰ ਮੰਗਾ ਲਿਆ। ਪਹਿਲਾਂ ਇੱਕ ਸੀ, ਹੁਣ ਦੂਜਾ ਹਾਥੀ ਹੋਰ ਮੰਗਾਇਆ ਹੈ। ਵਾਗੂ ਮਾਰਨ ਨਾ ਧਾਇਆ। ਉਹਨੇ ਵੀ ਜਿਹੜਾ ਹੈ ਭਾਈ ਹਾਠੂ ਸਿੰਘ ਜੀ ਦੇ ਉੱਤੇ ਹਮਲਾ ਕਰਨ ਤੋਂ ਨਾ ਕਰ ਦਿੱਤੀ ਹੈ। ਸ਼ਾਹ ਗੁੱਸਾ ਖਾਈ। ਉਸ ਸਮੇਂ ਅਬਦਾਲੀ ਨੂੰ ਜਿਹੜਾ ਬੜਾ ਗੁੱਸਾ ਜਿਹੜਾ ਹੈ ਉਹ ਚੜਿਆ ਹੈ, ਬੜਾ ਅੱਗ ਬਬੂਲਾ ਹੋਇਆ ਹੈ। ਹੁਣ ਸੋਚਦਾ ਹੈ ਮੈਂ ਕੀ ਕਰਾਂ। ਦੁਏ ਹਾਥੀ ਟੰਗ ਤੋਈ ਬੰਧਾਈ। ਫਿਰ ਉਹਨੇ ਇੱਕ ਹੋਰ ਤਰੀਕਾ ਵਰਤਿਆ ਭਾਈ ਹਾਠੂ ਸਿੰਘ ਜੀ ਨੂੰ ਮਰਵਾਉਣ ਦਾ। ਉਹ ਮਰਵਾ ਰਿਹਾ ਹੈ ਤੇ ਸਿੱਖ ਇਤਿਹਾਸ ਦੇ ਵਿੱਚ ਇਹ ਸ਼ਹੀਦੀ ਦਾ ਇੱਕ ਹੋਰ ਪੂਰਨਾ ਜਿਹੜਾ ਹੈ ਉਹ ਪੈ ਰਿਹਾ ਹੈ। ਕਿਉਂਕਿ ਜ਼ਾਲਮ ਕਹਿੰਦਾ ਮੈਂ ਮਾਰਨਾ ਹੈ। ਜਦੋਂ ਸਿੰਘ ਜਿੱਦਾਂ ਜੰਗਾਂ ਦੇ ਵਿੱਚ ਇਸ ਤਰ੍ਹਾਂ ਲੋਹਾ ਲੈਂਦੇ ਨੇ, ਸਿੱਖ ਇਤਿਹਾਸ ਦੇ ਵਿੱਚ ਉਹ ਸ਼ਹੀਦ ਗਿਣਿਆ ਜਾਂਦਾ ਹੈ। ਇਹਨੇ ਕੀ ਕੀਤਾ ਹੈ, ਦੋਵਾਂ ਹਾਥੀਆਂ ਦੀ ਜਿਹੜੀਆਂ ਅੰਦਰਲੀਆਂ ਲੱਤਾਂ ਹਨ ਸੱਜੀ ਖੱਬੀ,
ਉਹਨਾਂ ਦੇ ਨਾਲ ਭਾਈ ਹਾਠੂ ਸਿੰਘ ਜੀ ਦੀ ਇੱਕ ਇੱਕ ਲੱਤ ਦੋਨੋਂ ਪਾਸਿਓਂ ਬੰਨ੍ਹ ਦਿੱਤੀ ਹੈ ਜੀ। ਦੋ ਵੱਲ ਦੋ ਗਜ ਲਗੇ ਸਿੰਘ ਮਦ ਦਿਓ ਬੰਧਾਏ। ਜਦੋਂ ਦੋਵਾਂ ਪਾਸਿਓਂ ਤੋਂ ਭਾਈ ਸਾਹਿਬ ਜੀ ਨੂੰ ਬੰਨ੍ਹ ਦਿੱਤਾ ਗਿਆ ਤੇ ਉਦੋਂ ਹਾਥੀ ਨੂੰ ਜਿਹੜਾ ਹੈ ਉਹ ਚਾਬੁਕ ਮਾਰੇ ਗਏ। ਬਹੁਤ ਜ਼ਬਰਦਸਤ ਜਿਹੜੀ ਹਾਥੀ ਨੂੰ ਪੀੜਾ ਦਿੱਤੀ ਗਈ ਹੈ। ਚਰਾਏ ਇਨ ਰੂਬਰੂ ਸ਼ਾਹ ਸੋ ਗੁੱਸਾ ਖਾਏ। ਸਾਰੀ ਦੁਨੀਆ ਦੇ ਸਾਹਮਣੇ ਇਸ ਅਬਦਾਲੀ ਨੇ ਭਾਈ ਹਾਠੂ ਸਿੰਘ ਜੀ ਨੂੰ ਦੋਨਾਂ ਹਾਥੀਆਂ ਦੇ ਪੈਰਾਂ ਦੇ ਨਾਲ ਉਹਨਾਂ ਦੀਆਂ ਲੱਤਾਂ ਬੰਨ੍ਹ ਕੇ ਜਿਹੜਾ ਹੈ ਜਿਸ ਤਰ੍ਹਾਂ ਚਰਖੜੀਆਂ ਤੇ ਚੀਰੇ ਗਏ, ਆਰਿਆਂ ਨਾਲ ਚਰਾਏ ਗਏ, ਇਸ ਤਰ੍ਹਾਂ ਦੋਨਾਂ ਲੱਤਾਂ ਨੂੰ ਜਿਹੜਾ ਹੈ ਉਹ ਖਿਚਾ ਕਰਕੇ ਹਾਥੀਆਂ ਦੇ ਕੋਲੋਂ ਜ਼ਬਰਦਸਤੀ ਬੰਦੇ ਵੀ ਨਾਲ ਲਾਏ ਗਏ। ਹਾਥੀ ਤੇ ਮੰਨਦੇ ਨਹੀਂ ਸੀ। ਰੱਸੇ ਪਾ ਕੇ ਜਦੋਂ ਹਾਥੀਆਂ ਨੂੰ ਜਿਹੜਾ ਹੈ ਉਹ ਅਲੱਗ-ਅਲੱਗ ਕੀਤਾ ਗਿਆ, ਉਦੋਂ ਭਾਈ ਸਾਹਿਬ ਜੀ ਦਾ ਸਰੀਰ ਜਿਹੜਾ ਹੈ ਉਹ ਖਿੱਚਣ ਦੇ ਨਾਲ ਦੋ ਟੋਟੇ ਹੋ ਗਿਆ ਹੈ ਜੀ। दोहरा एक बरस दिल जो रहे हो लाहौर मह सो बैठ। ਸੋ ਇਸ ਪ੍ਰਕਾਰ ਭਾਈ ਹਾਠੂ ਸਿੰਘ ਜੀ ਜਿਹੜਾ ਪ੍ਰਣ ਕਰਕੇ ਤੁਰੇ ਕਿ ਅਸੀਂ ਅਬਦਾਲੀ ਨੂੰ ਜਿਹੜਾ ਹੈ ਉਹਦਾ ਸਿਰ ਜਿਹੜਾ ਹੈ ਲੋਹਣਾ ਹੈ, ਤੇ ਅਬਦਾਲੀ ਨੂੰ ਪਤਾ ਲੱਗਾ। ਜਦੋਂ ਉਹਦੇ ਸਾਹਮਣੇ ਪੇਸ਼ ਕੀਤਾ ਗਿਆ ਉਹਨੇ ਦੱਸਿਆ ਵੀ, ਉਹਨੇ ਕਬੂਲ ਵੀ ਕੀਤਾ ਜੋ ਬਚਨ ਕਿਹਾ ਸੀ, ਤੇ ਅਬਦਾਲੀ ਅੱਗ ਬਬੂਲਾ ਹੋਇਆ ਕਿ ਇਹ ਤੇ ਮੇਰਾ ਨਾਸ਼ ਕਰਨ ਆਇਆ ਹੈ। ਪਰ ਸਿੰਘ ਨੇ ਜਿਹੜਾ ਹੈ ਅੰਤਲੇ ਦਮ ਤੱਕ ਜਿਹੜਾ ਹੈ ਇਹ ਪ੍ਰਣ ਸੀ ਕਿ ਅਬਦਾਲੀ ਨੂੰ ਮੈਂ ਜਿੰਦਾ ਨਹੀਂ ਛੱਡਾਂਗਾ। ਇਹ ਵਾਹਿਗੁਰੂ ਜੀ ਦੀ ਘਰ ਦੀ ਖੇਡ ਹੈ ਕਿ ਉਹਦੇ ਕੋਲ ਸੇਵਾ ਹੀ ਇਸ ਪ੍ਰਕਾਰ ਲੈਣੀ ਸੀ। ਭਾਈ ਹਾਠੂ ਸਿੰਘ ਜੀ ਜਿਹੜਾ ਹੈ ਦੋਨਾਂ ਹਾਥੀਆਂ ਦੇ ਪੈਰਾਂ ਦੇ ਨਾਲ ਉਹਨਾਂ ਦੀਆਂ ਲੱਤਾਂ ਬੰਨ੍ਹ ਕਰਕੇ ਉਹਨਾਂ ਨੂੰ ਦੋ ਫਾੜ ਕਰ ਦਿੱਤਾ ਗਿਆ। ਇਸ ਪ੍ਰਕਾਰ ਉਹਨਾਂ ਦੀ ਜਿਹੜੀ ਹੈ ਇਹ ਸ਼ਹੀਦੀ ਹੁੰਦੀ ਹੈ। ਤੇ ਇਹ ਗਾਥਾ ਹਮੇਸ਼ਾ ਵਾਸਤੇ ਰਤਨ ਸਿੰਘ ਜੀ ਭੰਗੂ ਉਹ ਆਪਣੇ ਪਾਵਨ ਪਵਿੱਤਰ ਜੋ ਗ੍ਰੰਥ ਆਪ ਜੀ ਸਰਵਣ ਕਰ ਰਹੇ ਹੋ ਇਤਿਹਾਸ ਦਾ ਪ੍ਰਾਚੀਨ ਪੰਥ ਪ੍ਰਕਾਸ਼ ਉਸ ਦੇ